ਸਤਿ ਸ਼੍ਰੀ ਅਕਾਲ ਜੀ, मैं सनी ढिल्लों तो एक बार फिर तो बहुत बहुत स्वागत है जी ਤੁਹਾਡੇ ਸਾਰਿਆਂ ਦਾ ਵੇ ਟੂ ਪ੍ਰਦੇਸ਼ ਦੇਖ ਰਹੇ ਜਿੰਨੇ ਵੀ ਸਾਡੇ ਵਿਊਅਰਸ ਹੈਗੇ ਨੇ। ਤੇ ਅੱਜ ਵੇ ਟੂ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਵਿਸ਼ਿਆਂ ਦੇ ਉੱਤੇ ਆਪਾਂ ਗੱਲ ਕਰਾਂਗੇ, ਯੂਐਸਏ ਨੂੰ ਲੈ ਕੇ ਗੱਲਬਾਤ ਕਰਾਂਗੇ। ਆਪਾਂ ਯੂਐਸਏ ਦੇ ਸਟੱਡੀ ਵੀਜ਼ੇ ਦੇ ਲਈ ਕੀ ਰਿਕੁਆਇਰਮੈਂਟਸ ਹੈਗੀਆਂ ਨੇ, ਉੱਥੇ ਯੂਐਸਏ ਦਾ ਸਟੱਡੀ ਵੀਜ਼ੇ ਤੋਂ ਬਾਅਦ ਪੀਆਰ ਤੱਕ ਦੀਆਂ ਗੱਲਾਂ ਆਪਾਂ ਕਰਾਂਗੇ। ਤੇ ਤੁਹਾਨੂੰ ਪਤਾ ਹੀ ਹੈ ਜੀ, ਮੇਰੀਆਂ ਜਿਹੜੇ ਸਵਾਲ ਹੈਗੇ ਨੇ ਉਹਨਾਂ ਦਾ ਜਵਾਬ ਦੇਣ ਦੇ ਲਈ ਸਾਡੇ ਸਟੂਡੈਂਟ ਵੀਜ਼ਾ ਐਕਸਪਰਟ ਭਾਟੀਆ ਸਾਹਿਬ ਸਾਡੇ ਨਾਲ ਬੈਠੇ ਹੋਏ ਨੇ। ਭਾਟੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। थैंक यू सैनी जी। अज इस प्रोग्राम ਨੂੰ देख रहे सारे दर्शकों ਨੂੰ मेरे ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਭਾਟੀਆ ਸਾਹਿਬ, ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈਗਾ ਆਪਾਂ ਯੂਐਸਏ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਸਟੱਡੀ ਵੀਜ਼ਾ। ਪਹਿਲਾਂ ਤਾਂ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਸਵਾਲ ਆਉਂਦਾ ਉਹ ਇਹ ਹੈਗਾ ਕਿ ਕਿਤੇ ਵੀ ਆਪਾਂ ਜਾਂਦੇ ਹਾਂ, ਠੀਕ ਹੈ ਜੀ, ਚਾਹੇ ਆਪਾਂ ਆਸਟ੍ਰੇਲੀਆ ਜਾਂਦੇ, ਯੂਐਸਏ ਜਾਂਦੇ ਜਾਂ ਕੈਨੇਡਾ ਜਾਂਦੇ ਹਾਂ, ਆਪਾਂ ਨੂੰ ਉਹਦੇ ਐਜੂਕੇਸ਼ਨ ਸਿਸਟਮ ਦੇ ਬਾਰੇ ਪਤਾ ਹੋਣਾ ਚਾਹੀਦਾ। ਯੂਐਸਏ ਦਾ ਸਿਸਟਮ ਕਿੱਦਾਂ ਦਾ ਹੈਗਾ, ਐਜੂਕੇਸ਼ਨ ਸਿਸਟਮ? ਬਿਲਕੁਲ ਸਨੀ ਜੀ, ਜਿਹੜਾ ਯੂਐਸਏ ਦਾ ਐਜੂਕੇਸ਼ਨ ਸਿਸਟਮ ਹੈਗਾ ਵਰਲਡ ਵਾਈਡ ਨੋਨ ਹੈਗਾ ਆ ਤੇ ਸਭ ਤੋਂ ਰਿਫਾਈਨਡ ਐਜੂਕੇਸ਼ਨ ਸਿਸਟਮ ਹੈਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਜਿੰਨਾ ਕੁ ਵਧੀਆ ਐਜੂਕੇਸ਼ਨ ਸਿਸਟਮ ਯੂਐਸਏ ਵਿੱਚ ਹੈਗਾ ਕਿਸੇ ਵੀ ਹੋਰ ਕੰਟਰੀ 'ਚ ਨਹੀਂ ਹੈਗੀ। 5000 ਯੂਨੀਵਰਸਿਟੀ ਕਾਲਜਿਸ, ਕਿਸੇ ਹੋਰ ਕੰਟਰੀ ਵਿੱਚ ਇੰਨੇ ਕਾਲਜ ਯੂਨੀਵਰਸਿਟੀਆਂ ਨਹੀਂ ਹੈਗੀਆਂ। ਯੂਐਸਏ ਦੇ ਵਿੱਚ 5000 ਤੇ ਯੂਨੀਵਰਸਿਟੀ ਕਾਲਜ ਹੈਗੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੱਡੀ ਬੇਸਿਸ ਤੇ ਜਾਂ ਪੜ੍ਹਨ ਵਾਸਤੇ ਬੁਲਾਉਂਦੇ ਹੈਗੇ ਜੀ। ਸੋ ਇਟ ਮੀਨਸ ਭਾਟੀਆ ਸਾਹਿਬ, ਜੇ ਦੇਖਿਆ ਜਾਵੇ ਤਾਂ ਐਜੂਕੇਸ਼ਨ ਸਿਸਟਮ ਸਾਰਿਆਂ ਨਾਲੋਂ ਬਿਗੇਸਟ ਹੈਗਾ ਯੂਐਸਏ ਦਾ। ਤੇ ਜੇ ਆਪਾਂ ਗੱਲ ਕਰਦੇ ਹਾਂ ਵੀ ਹਰ ਇੱਕ ਸਿਸਟਮ ਜਿਹੜਾ ਹੈਗਾ ਉਹ ਕਿੱਦਾਂ ਦੇ ਸਟੂਡੈਂਟ ਲੈਂਦਾ ਹੈਗਾ, ਇਹਦੀ ਆਪਾਂ ਗੱਲਬਾਤ ਕਰਾਂਗੇ ਕਿ ਯੂਐਸਏ ਦਾ ਜਿਹੜਾ ਸਿਸਟਮ ਹੈਗਾ ਉਹ ਕਿੱਦਾਂ ਦੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਦਾ ਵੈਲਕਮ ਕਰਦਾ ਹੈਗਾ ਸਟੱਡੀ ਦੇ ਲਈ। ਸਨੀ ਜੀ, ਪੂਰੇ ਯੂਐਸਏ ਦੇ ਵਿੱਚ 50 ਸਟੇਟਸ ਹੈਗੀਆਂ ਤੇ 5000 ਤੋਂ ਉੱਪਰ ਯੂਨੀਵਰਸਿਟੀਜ਼ ਕਾਲਜ ਹੈਗੇ ਆ ਜਿਹੜੇ ਬੱਚਿਆਂ ਨੂੰ ਉਹ ਬੁਲਾਉਂਦੇ ਹੈਗੇ ਆ। ਇਹ ਬਿਗੇਸਟ ਡੈਸਟੀਨੇਸ਼ਨ ਹੈਗੀ ਆ। ਸਭ ਤੋਂ ਨੰਬਰ 1 ਜਿਹੜੀ ਡੈਸਟੀਨੇਸ਼ਨ ਹੈਗੀ ਆ ਜਿਹੜੇ ਬੱਚੇ ਬਾਹਰ ਜਾਂਦੇ ਹੈਗੇ, ਚਾਈਨਾ ਹੈਗੀ, ਬਿਗੇਸਟ ਮਾਰਕੀਟ ਚਾਈਨਾ ਹੈਗੀ। ਸੈਕੰਡ ਨੰਬਰ ਤੇ ਸਾਡਾ ਇੰਡੀਆ ਆਉਂਦਾ ਹੈਗਾ। ਸੋ ਇੰਡੀਆ ਵਿੱਚੋਂ ਦੇਖੋ, ਵਰਲਡ ਵਿੱਚੋਂ ਜੇ ਇੰਡੀਆ ਦਾ ਇੱਕ ਨੰਬਰ ਹੈਗਾ ਚਾਹੇ ਸੈਕੰਡ ਨੰਬਰ ਹੈਗਾ, ਇਟਸ ਅ ਬਿਗ ਥਿੰਗ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੀ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਆ। ਐਜੂਕੇਸ਼ਨ ਸਿਸਟਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਯੂਐਸਏ ਨਾਲ ਦਾ ਕੋਈ ਐਜੂਕੇਸ਼ਨ ਸਿਸਟਮ ਨਹੀਂ ਹੈਗਾ। ਵੀਜ਼ਾ ਸਿਸਟਮ ਵੀ ਯੂਐਸਏ ਦਾ ਬਹੁਤ ਹੀ ਈਜ਼ੀ ਹੈਗਾ ਜੀ। ਯੂਐਸਏ ਵਧੀਆ ਪ੍ਰੋਫਾਈਲ ਵਾਲੇ ਬੱਚਿਆਂ ਨੂੰ ਹਮੇਸ਼ਾ ਵੈਲਕਮ ਕਰਦਾ ਹੈਗਾ, ਚਾਹੇ ਉਹਨੇ ਕਿਸੇ ਨੇ 10+2 ਕੀਤੀ ਹੈ, ਚਾਹੇ BA BEd ਕੀਤੀ ਆ, ਜਾਂ ਕਿਸੇ ਨੇ ਕੋਈ ਮਾਸਟਰ ਡਿਗਰੀ ਕੀਤੀ ਹੈ। ਪੋਸਟ ਗ੍ਰੈਜੂਏਸ਼ਨ ਵਾਸਤੇ, PhD ਵਾਸਤੇ ਵੀ ਯੂਐਸਏ ਹਮੇਸ਼ਾ ਵੈਲਕਮ ਕਰਦਾ ਹੈਗਾ ਜੀ। ਸੋ ਇਟ ਮੀਨਸ ਭਾਟੀਆ ਸਾਹਿਬ, ਐਜੂਕੇਸ਼ਨ ਸਿਸਟਮ ਦਾ ਉੱਥੇ ਤਾਂ ਵਧੀਆ ਹੈਗਾ, ਬਟ ਜੇ ਹੁਣ ਆਪਾਂ ਗੱਲ ਕਰਦੇ ਹਾਂ ਐਡਵਰਟਾਈਜ਼ਮੈਂਟ ਦੀ, ਠੀਕ ਹੈ ਜੀ, ਤੇ ਯੂਐਸਏ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਪਹਿਲਾਂ ਐਡਸ ਵਗੈਰਾ ਬਹੁਤ ਘੱਟ ਹੁੰਦੀਆਂ ਸੀਗੀਆਂ, ਬਹੁਤ ਘੱਟ ਸੁਣਨ ਨੂੰ ਮਿਲਦਾ ਸੀ ਵੀ ਯੂਐਸਏ ਦੇ ਲਈ ਤੁਸੀਂ ਸਾਡੇ ਕੋਲ ਆਓ, ਅਸੀਂ ਅਪਲਾਈ ਕਰਦੇ ਹਾਂ। ਤੇ ਹੁਣ ਰੀਸੈਂਟਲੀ ਆਪਾਂ ਜੇ ਪਿਛਲੇ 1-2 ਸਾਲ ਦੀ ਗੱਲ ਕਰਦੇ ਹਾਂ ਤੇ ਬਹੁਤ ਜ਼ਿਆਦਾ ਐਡਸ ਆ ਰਹੀਆਂ ਟੀਵੀ ਦੇ ਉੱਤੇ, ਨਿਊਜ਼ਪੇਪਰ ਦੇ ਉੱਤੇ ਵੀ ਆ ਰਹੀਆਂ ਨੇ। ਉਹਦੇ ਪਿੱਛੇ ਕੀ ਰੀਜ਼ਨ ਹੈਗਾ? ਸਨੀ ਜੀ, ਸਿੱਧਾ ਸਾਦਾ ਇਹਦੇ ਪਿੱਛੇ ਰੀਜ਼ਨ ਹੈਗਾ ਜੀ, ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਸਟੱਡੀ ਵੀਜ਼ਾ ਘਟਾ ਦਿੰਦਾ ਹੈਗਾ ਜਾਂ ਬੰਦ ਕਰ ਦਿੰਦਾ ਹੈਗਾ, ਬੰਦ ਨਹੀਂ ਮੈਂ ਕਹਾਂਗਾ ਟਾਈਟ ਕਰ ਦਿੰਦਾ ਹੈਗਾ, ਤੇ ਉਦੋਂ ਕੋਈ ਨਾ ਕੋਈ ਜਿਹੜੇ ਸਾਡੇ ਏਜੰਟ ਭਰਾ ਹੈਗੇ, ਕੰਸਲਟੈਂਟ ਭਰਾ ਹੈਗੇ ਆ, ਉਹ ਆਪਣਾ ਮਤਲਬ ਰਵੱਈਆ ਡਾਇਵਰਟ ਕਰ ਲੈਂਦੇ ਹੈਗੇ। ਸੋ ਜਦੋਂ ਆਸਟ੍ਰੇਲੀਆ ਨੇ ਅੱਜ ਦੀ ਡੇਟ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਜਦੋਂ ਟਫ ਹੋ ਗਿਆ ਹੈਗਾ, ਵੀਜ਼ਾ ਇੰਨਾ ਈਜ਼ੀ ਨਹੀਂ ਹੈਗਾ, ਘੱਟ ਵੀਜ਼ਾ ਇਸ਼ੂ ਹੋ ਰਿਹਾ, ਸੋ ਕੰਸਲਟੈਂਟ ਨੇ ਕੀ ਕੀਤਾ ਕਿ ਡਾਇਰੈਕਸ਼ਨ ਆਪਣੀ ਚੇਂਜ ਕਰ ਲਈ ਹੈਗੀ ਆ, ਯੂਐਸਏ ਵੱਲ ਨੂੰ ਹੋ ਗਏ ਆ। ਯੂਐਸਏ ਦਾ ਸਟੱਡੀ ਸਿਸਟਮ ਹਾਲੇ ਕਈ ਲੋਕਾਂ ਨੇ, ਮੈਂ ਸਾਫ਼ ਕਹਾਂਗਾ ਇਸ ਮੰਚ ਤੇ ਕਿ ਬਹੁਤ ਸਾਰੇ ਕੰਸਲਟੈਂਟਸ ਨੇ ਹਾਲੇ ਯੂਐਸਏ ਬਾਰੇ ਜਾਂ ਐਜੂਕੇਸ਼ਨ ਸਿਸਟਮ ਬਾਰੇ ਰਿਸਰਚ ਨਹੀਂ ਕੀਤੀ ਹੈਗੀ। ਜਿਹੜੇ ਸਾਡੇ ਕੰਸਲਟੈਂਟ ਭਰਾ ਹੈਗੇ ਆ ਉਹ ਵੱਡੀਆਂ ਐਡਵਰਟਾਈਜ਼ਮੈਂਟ ਰੇਡੀਓ TV ਤੇ ਕਰਕੇ ਜਾਂ ਨਿਊਜ਼ਪੇਪਰਸ ਵਿੱਚ ਐਡਵਰਟਾਈਜ਼ਮੈਂਟ ਕਰਕੇ ਉਹ ਬੱਚਿਆਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਐਡਵਰਟਾਈਜ਼ਮੈਂਟ ਕਰਕੇ, ਪਰ ਉਹਨਾਂ ਕੋਲ ਆਪਣੀ ਬੇਸਿਕ ਨੌਲੇਜ ਜਿਹੜੀ ਘੱਟ ਹੈਗੀ ਆ। ਉਹਨਾਂ ਨੇ ਖੁਦ ਹਾਲੇ ਯੂਐਸਏ ਬਾਰੇ ਪੂਰੀ ਰਿਸਰਚ ਨਹੀਂ ਕੀਤੀ ਹੁੰਦੀ, ਪਰ ਯੂਐਸਏ ਦੀ ਐਡ ਜ਼ਰੂਰ ਵੱਡੀ ਤੋਂ ਵੱਡੀ ਲਗਾ ਕੇ ਸਟੂਡੈਂਟ ਨੂੰ ਅਟਰੈਕਟ ਕਰ ਲੈਂਦੇ ਹੈਗੇ ਜੀ। ਹੁੰਦਾ ਕੀ ਹੈ ਸਨੀ ਜੀ, ਬਈ ਸੇ ਜਿੱਦਾਂ ਕਿਸੇ ਕੰਸਲਟੈਂਟ ਕੋਲ 50 ਕੇਸਿਸ ਆ ਗਏ ਹੈ, 50 ਕੇਸਿਸ ਲੈ ਕੇ ਉਹਨਾਂ ਵਿੱਚੋਂ ਵੀਜ਼ੇ ਦਾ 10 ਲੱਗ ਜਾਂਦੇ ਆ, 40 ਕੇਸ ਰਿਫਿਊਜ਼ ਹੋ ਜਾਂਦੇ ਆ, ਉਹਨਾਂ ਦਾ 10 ਨਾ ਉਹਨਾਂ ਦਾ ਆਪਣੇ ਕਮਾਈ ਹੋ ਜਾਂਦੀ ਆ, ਉਹਨਾਂ ਦਾ ਘਾਪਾ ਪੂਰਾ ਹੋ ਜਾਂਦਾ। ਐਗਰੀਗੇਟ ਦੀ ਗੇਮ ਹੈਗੀ ਆ ਜੀ, ਜਿਹੜਾ ਕੰਸਲਟੈਂਟ 10 ਵੀਜ਼ੇ ਲੈ ਗਿਆ ਉਹ ਆਪਣੀ ਕਮਾਈ ਕਰ ਜਾਂਦਾ ਸਮੈਸਟਰ ਵਿੱਚ, ਜਿਹੜਾ 10 ਵੀਜ਼ੇ ਲੈ ਗਿਆ, ਬਾਕੀ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਵੀ ਜਿਹੜੇ 40 ਰਿਫਿਊਜ਼ ਹੈਗੇ ਉਹਨਾਂ ਦਾ ਕੀ ਬਣੂਗਾ, ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਵੀਜ਼ਾ ਫੀਸਾਂ ਦਾ, ਸਿਵਿਕ ਫੀਸਾਂ ਦਾ, ਜਾਂ ਹੋਰ ਕਿੰਨਾ ਨੁਕਸਾਨ ਹੁੰਦਾ, ਇਹਦੇ ਬਾਰੇ ਕੋਈ ਸੋਚਦਾ ਨਹੀਂ ਹੈਗਾ। ਉਹਨਾਂ ਨੇ ਸਿਰਫ ਆਪਣੀ ਕੰਸਲਟੈਂਸੀ ਫੀਸ ਜਾਂ ਆਪਣੀ ਕਮਿਸ਼ਨਾਂ ਦੀ ਗੱਲਬਾਤ ਦੇ ਚੱਕਰ ਵਿੱਚ ਉਹ ਦੂਜੇ ਸਟੂਡੈਂਟਸ ਨੂੰ ਖਰਾਬ ਕਰਦੇ ਹੈਗੇ। ਸੋ ਮੈਂ ਤਾਂ ਬਹੁਤ ਸਿੱਧਾ ਸਾਦਾ ਕੰਮ
ਕਹਿਣਾ ਚਾਹੁੰਦਾ ਹੈਗਾ ਵੀ ਬਿਲਕੁਲ ਗੁੰਮਰਾਹ ਨਾ ਕਰੋ ਕਿਸੇ ਵੀ ਸਟੂਡੈਂਟ ਨੂੰ। ਜੇ ਉਹਦੀ ਪ੍ਰੋਫਾਈਲ ਉਸ ਹਿਸਾਬ ਦੀ ਹੈਗੀ ਆ ਉਹਨੂੰ ਤਾਂ ਹੀ ਉਹਨੂੰ ਤੁਸੀਂ USA ਵਿੱਚ ਅਪਲਾਈ ਕਰੋ, ਅਦਰਵਾਈਜ਼ ਉਹਨੂੰ ਕਿਸੇ ਹੋਰ ਕੰਟਰੀ ਜਿੱਥੇ ਇੰਟਰਵਿਊ ਬੇਸਡ ਵੀਜ਼ਾ ਨਹੀਂ ਹੈਗਾ ਤੁਸੀਂ ਉੱਥੇ ਅਪਲਾਈ ਕਰੋ ਪਲੀਜ਼। ਸੋ ਭਾਟੀਆ ਸਾਹਿਬ ਹੁਣੇ ਗੱਲਾਂ ਚੋਂ ਕਹਿੰਦੇ ਗੱਲਾਂ ਨਿਕਲ ਕੇ ਆ ਜਾਂਦੀਆਂ ਰਿਸਰਚ ਦੀ। ਜੇ ਆਪਾਂ ਗੱਲ ਕਰਦੇ ਆ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਕਿੱਦਾਂ ਦੀ ਰਿਸਰਚ ਕਰਨੀ ਚਾਹੀਦੀ ਹੈਗੀ ਆ ਜੇਕਰ ਉਹ USA ਜਾਣਾ ਚਾਹੁੰਦੇ ਆ, ਤੇ ਏਜੰਟ ਜਿਹੜੇ ਹੈਗੇ ਨੇ ਉਹਨਾਂ ਨੂੰ ਕਿੱਦਾਂ ਦੀ ਰਿਸਰਚ ਕਰਨੀ ਚਾਹੀਦੀ? ਬੀਇੰਗ ਏ ਐਜੂਕੇਸ਼ਨ ਕੰਸਲਟੈਂਟ ਮੇਰਾ ਇਹ ਫਰਜ਼ ਬਣਦਾ ਹੈਗਾ ਕਿ ਮੈਂ ਸਟੂਡੈਂਟ ਨੂੰ ਸਹੀ ਗਾਈਡ ਕਰਾਂ, ਉਹਦੀ ਕੈਰੀਅਰ ਕਾਉਂਸਲਿੰਗ ਕਰਾਂ, ਉਹਨੂੰ ਰਿਸਰਚ ਕਰਨੇ ਦੀ ਜਾਂਚ ਦੱਸਾਂ। ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ ਸਨੀ ਜੀ ਬਈ ਬੱਚੇ ਨੇ ਜਿਹੜੇ ਲੋਕੇਸ਼ਨ ਤੇ ਜਾਣਾ ਹੈਗਾ, ਜੇ ਉਹਦਾ ਕੋਈ ਮਾਮਾ ਚਾਚਾ ਤਾਇਆ ਬੈਠਾ ਕੈਲੀਫੋਰਨੀਆ ਵਿੱਚ ਆ, ਉਹਨੂੰ SFO ਦੀ ਤੁਸੀਂ ਕਾਲਜ ਲੈ ਦਿੱਤਾ ਤਾਂ ਉਹਨੇ ਕਦੇ ਵੀ ਉਹਨੇ ਆਪਣੇ ਕਾਲਜ 'ਚ ਨਹੀਂ ਟਿਕਣਾ, ਉਹਨੇ ਯੂਨੀਵਰਸਿਟੀ 'ਚ ਟਿਕਣਾ ਨਹੀਂ, ਉਹਨੇ ਕਿਤੇ ਨਾ ਕਿਤੇ ਉਹਨੇ ਆਪਣੇ ਚਾਹੇ ਤਾਏ ਜੇ ਜਾਂ ਫੁੱਫੜ ਦੇ ਘਰ ਜਾਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਪਰ ਹੁੰਦਾ ਕੀ ਹੈਗਾ ਇਹ ਸਿਰਫ ਪਿੱਛੋਂ ਰਿਸਰਚ ਵਰਕ ਦੀ ਕਮੀ ਹੈਗੀ ਆ। ਸਟੂਡੈਂਟ ਨੂੰ ਰਿਸਰਚ ਕਰਨਾ ਪਊਗਾ, ਉਹਨੂੰ ਲੋਕੇਸ਼ਨ ਦੀ ਰਿਸਰਚ ਕਰਨੀ ਪਊਗੀ, ਉਹਨੂੰ ਕਾਲਜ ਦੀ ਰਿਸਰਚ ਕਰਨੀ ਪਊਗੀ, ਉਹਨੂੰ ਯੂਨੀਵਰਸਿਟੀ ਦੇ ਕੋਰਸਿਸ ਦੀ ਰਿਸਰਚ ਕਰਨੀ ਪਊਗੀ, ਉਹਨੂੰ ਇਹ ਦੇਖਣਾ ਪਊਗਾ ਕਿ ਕਿਹੜਾ ਕੋਰਸ ਮੇਰੇ ਲਈ ਸੂਟੇਬਲ ਹੈਗਾ, ਕਿਹੜੇ ਕੋਰਸ ਕਰਕੇ ਮੈਂ PR ਲੈ ਸਕਦਾ ਹੈਗਾ ਜਾਂ ਮੈਨੂੰ ਵਰਕ ਪਰਮਿਟ ਉਸ ਤੋਂ ਬਾਅਦ ਮਿਲ ਸਕਦਾ ਹੈਗਾ। ਸੋ ਸਟੂਡੈਂਟ ਦੀ ਰਿਸਰਚ ਬਹੁਤ ਜ਼ਰੂਰੀ ਹੈਗੀ। ਕੰਸਲਟੈਂਟ ਵੀਰਾਂ ਦਾ ਤਾਂ ਮੇਰਾ ਕਹਿਣਾ ਇਹੀ ਹੈਗਾ ਕਿ ਕੰਸਲਟੈਂਟ ਨੂੰ ਪਹਿਲਾਂ ਆਪ ਰਿਸਰਚ ਕਰਨ ਦੀ ਲੋੜ ਹੈਗੀ ਆ ਵੀ ਕਿਹੜੀ ਸਟੇਟ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਹੈਗੀਆਂ ਤੇ ਕਿਹੜੇ ਯੂਨੀਵਰਸਿਟੀਜ਼ ਵਿੱਚ ਕਿਹੜੇ ਕੋਰਸਿਸ ਅਵੇਲੇਬਲ ਹੈਗੇ ਆ। ਜੇ ਕਿਸੇ ਵੀ ਟਾਈਪ ਦੀ ਸਟੂਡੈਂਟ ਪ੍ਰੋਫਾਈਲ ਉਹਨਾਂ ਕੋਲ ਆਉਂਦੀ ਆ, ਉਹਨਾਂ ਦੇ ਇਹ ਦਿਮਾਗ 'ਚ ਇਹ ਜ਼ਿਹਨ 'ਚੋਂ ਆਉਣਾ ਪਹਿਲਾਂ ਚਾਹੀਦਾ ਹੈਗਾ ਕਿ ਇਹ ਸਟੂਡੈਂਟ ਕਿੱਥੇ ਫਿੱਟ ਬੈਠਦਾ ਹੈਗਾ, ਇਹਦੇ ਲਈ ਕਿਹੜਾ ਸੂਟੇਬਲ ਕੋਰਸ ਹੈਗਾ। ਇਹ ਰਿਸਰਚ ਪਹਿਲਾਂ ਕੰਸਲਟੈਂਟ ਨੂੰ ਕਰਨੀ ਪੈਣੀ ਹੈਗੀ ਆ, ਉਸ ਤੋਂ ਬਾਅਦ ਹੀ ਉਹ ਬੱਚੇ ਨੂੰ ਕਿਸੇ ਨੂੰ ਗਾਈਡ ਕਰ ਸਕਦਾ ਹੈਗਾ ਜੀ। ਸੋ ਭਾਟੀਆ ਸਾਹਿਬ ਇਹ ਤਾਂ ਗੱਲਬਾਤ ਹੋਈ ਵੀ ਰਿਸਰਚ ਕਿਹੜੀ ਕਰਨੀ ਚਾਹੀਦੀ ਹੈ ਨਾ, ਜਿਹੜੇ ਸਾਡੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਕਿੱਦਾਂ ਰਿਸਰਚ ਕਰਨੀ ਚਾਹੀਦੀ ਆਪਣੇ ਸਟੱਡੀ ਵੀਜ਼ਾ ਨੂੰ ਲੈ ਕੇ। ਤੇ ਮੈਂ ਜੇ ਗੱਲ ਕਰੀਏ ਕਿ ਪੰਜਾਬ ਦਾ ਜਿਹੜਾ ਸਕਸੈਸ ਰੇਟ ਹੈਗਾ ਐਜ਼ ਕੰਪੇਅਰ ਟੂ ਅਦਰ ਸਟੇਟਸ, USA ਦੇ ਸਟੱਡੀ ਵੀਜ਼ੇ ਨੂੰ ਲੈ ਕੇ ਗੱਲ ਕਰਦੇ ਆ, ਉਹਨਾਂ ਦਾ ਸਕਸੈਸ ਰੇਟ ਘੱਟ ਕਿਉਂ ਹੈਗਾ ਪੰਜਾਬ ਦਾ? ਉਹਦੇ ਪਿੱਛੇ ਕੀ ਰੀਜ਼ਨਸ ਹੈਗੇ ਨੇ? ਸਨੀ ਜੀ ਬਹੁਤ ਸਾਰੇ ਕੰਸਲਟੈਂਟਸ ਏਜੰਟ ਵੀਰ ਮੇਰੇ ਮੈਂ ਨਿਊਜ਼ਪੇਪਰਸ ਤੇ ਵੀ ਪੜ੍ਹਦਾ ਹਾਂ, ਹੋਰ ਵੀ ਐਡਵਰਟਾਈਜ਼ਮੈਂਟ ਸੁਣਦਾ ਹੈਗਾ, TV ਤੇ ਵੀ ਕਈ ਤਰ੍ਹਾਂ ਦੀਆਂ ਐਡਵਰਟਾਈਜ਼ਮੈਂਟ ਜਾਂ ਇਦਾਂ ਦੇ ਪ੍ਰੋਗਰਾਮ ਆਉਂਦੇ, ਉਹਦੇ ਵਿੱਚ ਸਾਰੇ ਕੰਸਲਟੈਂਟ ਇਹੀ ਕਹਿੰਦੇ ਆ ਕਿ ਇੰਟਰਵਿਊ ਬੇਸਡ ਵੀਜ਼ਾ ਹੈਗਾ, ਇੰਟਰਵਿਊ ਫੇਸ ਟੂ ਫੇਸ ਹੋਣੀ ਹੈਗੀ ਆ, ਕੁਐਸਚਨ ਆਨਸਰ ਰਟਾ ਕੇ ਬੱਚੇ ਨੂੰ ਭੇਜ ਦਿੰਦੇ ਆ। ਪੰਜਾਬੀਆਂ ਦਾ ਸਪੈਸ਼ਲੀ ਜਿਹੜਾ ਐਕਸੈਂਟ ਹੈਗਾ ਜਾਂ ਕਹਿ ਦਈਏ ਵੀ ਆਪਾਂ ਪੰਜਾਬੀ ਥੋੜ੍ਹੇ ਜਿਹੇ ਇੰਗਲਿਸ਼ ਵਿੱਚ ਵੀਕ ਹੁੰਦੇ, ਜਿਹੜੇ ਇੰਗਲਿਸ਼ ਮੀਡੀਅਮ ਵਿੱਚ ਨਹੀਂ ਪੜ੍ਹੇ ਹੈਗੇ ਜਾਂ ਕਨਵੈਂਟ ਸਕੂਲਸ ਵਿੱਚ ਜਾਂ CBSE ਬੋਰਡ ਵਿੱਚ ਨਹੀਂ ਪੜ੍ਹੇ ਹੈਗੇ, ਉਹਨਾਂ ਦੀ ਥੋੜ੍ਹੀ ਜਿਹੀ ਇੰਗਲਿਸ਼ ਦਾ ਫਰਕ ਹੈਗਾ। ਜਿਹੜਾ ਕੋਈ ਸਟੂਡੈਂਟ ਪਿੰਡ ਤੋਂ ਉੱਠ ਕੇ ਪੰਜਾਬੀ ਸਕੂਲ 'ਚ ਪੜ੍ਹ ਕੇ 10+2 ਕਰਕੇ ਸਟ੍ਰੇਟ ਅਵੇ ਵਿਦਆਊਟ ਆਈਲੈਟਸ ਜਿਹੜਾ USA ਦੇ ਸਟੱਡੀ ਵੀਜ਼ੇ ਦੇ ਵਾਸਤੇ ਅਪਲਾਈ ਕਰਦਾ ਹੈਗਾ ਤਾਂ ਉਹਦਾ ਸਟ੍ਰੇਟ ਅਵੇ ਮੈਂ ਕਹਾਂਗਾ ਕਿ ਵੀਜ਼ਾ ਰਿਫਿਊਜ਼ ਹੋਣਾ ਹੈਗਾ, ਕਿਉਂਕਿ ਉਹਨੇ ਬਹੁਤੀ ਰਿਸਰਚ ਕੀਤੀ ਹੁੰਦੀ ਆ, ਨੰਬਰ 2 ਤੇ ਉਹਦਾ ਇੰਗਲਿਸ਼ ਵੀ ਵੀਕ ਹੁੰਦੀ ਆ, ਤੇ ਇੱਕ ਇਹਦੇ ਵਿੱਚ ਵੀਜ਼ਾ ਅਫਸਰ ਵੀ ਬਹੁਤ ਸਾਰੇ ਕੁਐਸਚਨ, ਕਿਉਂਕਿ ਫੇਸ ਟੂ ਫੇਸ ਇੰਟਰਵਿਊ ਹੁੰਦੀ ਆ, ਪਰਸਨੈਲਿਟੀ ਵੀ ਬਹੁਤ ਕੰਮ ਕਰਦੀ ਹੈਗੀ, ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੈਟਰ ਕਰਦੀਆਂ ਹੈਗੀਆਂ। ਕੰਸਲਟੈਂਟ ਕੀ ਕਰਦੇ ਆ, ਕੁਐਸਚਨ ਆਨਸਰ 20-25 ਲਿਖਾ ਕੇ ਰੱਟਾ ਲਵਾ ਕੇ ਭੇਜ ਦਿੰਦੇ ਆ। ਰੱਟੇ ਨਾਲ ਵੀਰ ਮੇਰੇ ਉਹ ਵੀਜ਼ਾ ਨਹੀਂ ਲੱਗਣਾ, ਇਹ ਗੱਲ ਯਾਦ ਕਰ ਲਓ। ਤੁਹਾਨੂੰ ਰਿਸਰਚ ਵਰਕ ਕਰਨਾ ਪਊਗਾ, ਤੁਹਾਨੂੰ ਯੂਨੀਵਰਸਿਟੀ ਕਾਲਜ ਉਹਦੇ ਕੋਰਸਿਸ ਉਹਦੇ ਬੈਨੀਫਿਟਸ, ਉਹਦੇ ਤੋਂ ਬਾਅਦ ਜੌਬ ਸਰਚ, ਸਾਰਾ ਕੁਝ ਤੁਹਾਨੂੰ ਰਿਸਰਚ ਕਰਕੇ ਚੱਲਣਾ ਪਊਗਾ। ਤੁਹਾਨੂੰ ਵੀਜ਼ਾ ਅਫਸਰ ਨੂੰ ਇੰਗਲਿਸ਼ ਵਿੱਚ ਬੋਲ ਕੇ ਕਨਵਿੰਸ ਕਰਨਾ ਪਊਗਾ ਕਿ ਤੁਸੀਂ ਵਾਕਈ ਰਿਸਰਚ ਕੀਤੀ ਆ, ਤੁਸੀਂ ਵਾਕਈ ਡਿਜ਼ਰਵਿੰਗ ਹੈਗੇ ਆ ਇਸ ਵੀਜ਼ੇ ਲਈ, ਤੁਸੀਂ ਇਹ ਜਿਹੜਾ ਕੋਰਸ ਕਰਨ ਜਾ ਰਹੇ ਹੈਗੇ ਆ ਔਰ ਤੁਹਾਡੇ ਇਹ ਦਿਲੋਂ ਦਿਮਾਗ ਵਿੱਚ ਛਾ ਚੁੱਕਾ ਹੈਗਾ ਵੀ ਅਸੀਂ ਇਹ ਕੋਰਸ ਕਰਕੇ ਇੱਦਾਂ ਆ ਬਣਨਾ ਚਾਹੁੰਦੇ ਹੈਗੇ ਆ। ਜੇ ਤੁਸੀਂ ਉਹ ਵੀਜ਼ਾ ਅਫਸਰ ਨੂੰ ਕਨਵਿੰਸ ਕਰ ਗਏ ਤਾਂ ਡੈਫੀਨੇਟਲੀ ਤੁਹਾਡਾ ਵੀਜ਼ਾ ਲੱਗੇਗਾ। ਸੋ ਇਟ ਮੀਨਸ ਭਾਟੀਆ ਸਾਹਿਬ ਜਿਹੜਾ ਪੰਜਾਬੀਆਂ ਦਾ ਅੰਗਰੇਜ਼ੀ ਦੇ ਵਿੱਚੋਂ ਕਮਜ਼ੋਰ ਹੋਣਾ ਇਹੀ ਮੇਨ ਰੀਜ਼ਨ ਹੈਗਾ ਕਿ ਪੰਜਾਬ ਦਾ ਸਕਸੈਸ ਰੇਟ ਐਜ਼ ਕੰਪੇਅਰ ਟੂ ਅਦਰ ਸਟੇਟਸ ਘੱਟ ਹੈਗਾ। ਸੋ ਦੋਸਤੋ ਤੁਹਾਨੂੰ ਕੋਈ ਜਾਣਕਾਰੀ ਕੁਝ ਵੀ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਭਾਟੀਆ ਸਾਹਿਬ ਨੂੰ ਫੋਨ ਕਰ ਸਕਦੇ ਹੋ, ਨੰਬਰ ਆ ਹੀ ਰਹਿਣੇ ਕੰਟੀਨਿਊਸਲੀ TV ਸਕਰੀਨ ਤੇ, ਪਲੱਸ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ ਜੀ, ਵੇ ਟੂ ਪ੍ਰਦੇਸ਼ ਫੇਸਬੁੱਕ ਪੇਜ ਹੈਗਾ, ਤੇ ਸਾਡੀ ਈਮੇਲ ID, ਕਈ ਵਾਰੀ ਫੋਨ ਕਾਲਸ ਅਟੈਂਡ ਕਰਨ ਦਾ ਟਾਈਮ ਨਹੀਂ ਹੁੰਦਾ, ਤੁਸੀਂ ਸਾਨੂੰ ਮੇਲ ਕਰ ਸਕਦੇ ਹੋ way2pradesh@gmail.com।
vetupradesh@gmail.com ਤੇ ਤੁਸੀਂ ਆਪਣੀ ਮੇਲ ਸੈਂਡ ਕਰ ਸਕਦੇ ਹੋ, ਆਪਣੀਆਂ ਡਿਟੇਲ ਸਾਨੂੰ ਭੇਜ ਸਕਦੇ ਹੋ। ਅਸੀਂ ਤੁਹਾਡਾ ਜਿਹੜਾ ਕੇਸ ਹੈਗਾ ਹੈ ਉਹਦਾ ਰਿਪਲਾਈ ਤੁਹਾਨੂੰ ਅਗਲੇ ਦਿਨ ਹੀ ਤੁਹਾਨੂੰ ਦੇ ਦਾਂਗੇ ਵੀ ਤੁਹਾਡੇ ਜਿਹੜੇ ਸਵਾਲ ਹੈਗੇ ਤੁਸੀਂ ਸਾਡੇ ਕੋਲ ਸਿੱਧੇ ਪੁੱਛ ਸਕਦੇ ਹੋ। ਸੋ ਪਾਟਿਆ ਸਾਹਿਬ, ਮੇਰਾ ਅਗਲਾ ਜਿਹੜਾ ਸਵਾਲ ਹੈਗਾ ਕਿ ਇੰਟਰਵਿਊ ਬੇਸਡ ਵੀਜ਼ਾ ਹੈਗਾ, ਠੀਕ ਹੈ ਜੀ, ਤੇ ਇੰਟਰਵਿਊ ਕਿੰਨੀ ਕੁ ਦੇਰ ਲੰਬੀ ਚੱਲਦੀ ਹੈਗੀ ਆ ਜੇ ਆਪਾਂ ਉੱਥੇ ਅਪਲਾਈ ਕਰਦੇ ਹਾਂ ਤਾਂ? ਸਨੀ ਜੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ USA ਦਾ ਵੀਜ਼ਾ ਜਿਹੜਾ ਹੈਗਾ ਇੰਟਰਵਿਊ ਬੇਸਡ ਵੀਜ਼ਾ ਹੈਗਾ। ਹਰ ਇੱਕ ਬੰਦੇ ਦੀ ਇੰਟਰਵਿਊ ਹੋਣੀ ਹੈਗੀ ਆ। ਕੋਈ ਵੀ ਮੈਂ ਇਸ ਮੰਚ ਤੇ ਇਹ ਸਟੂਡੈਂਟਸ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੇ ਕੋਈ ਤੁਹਾਨੂੰ ਕਹਿੰਦਾ ਹੈ ਵੀ ਬਿਨਾਂ ਇੰਟਰਵਿਊ ਤੋਂ ਤੁਹਾਡਾ ਵੀਜ਼ਾ USA ਦਾ ਹੋ ਸਕਦਾ, ਇਹ ਇੰਪੋਸੀਬਲ ਗੱਲ ਹੈਗੀ ਆ। 100% ਤੁਹਾਡੀ ਇੰਟਰਵਿਊ ਹੋਣੀ ਹੈਗੀ ਔਰ ਤੁਹਾਨੂੰ ਐਮਬੈਸੀ ਵਿੱਚ ਪੇਸ਼ ਹੋਣਾ ਹੀ ਪੈਣਾ। ਵੀਜ਼ਾ ਅਫਸਰ ਦੇ ਮੂਹਰੇ ਤੁਹਾਨੂੰ ਜਾ ਕੇ ਕੁਐਸਚਨ 2-4 ਭਾਵੇਂ 1 ਮਿੰਟ ਦੀ ਯੂਜ਼ਲੀ ਇੰਟਰਵਿਊ ਹੁੰਦੀ ਆ, 30 ਸਕਿੰਟ ਦੇ ਵਿੱਚ ਵੀਜ਼ਾ ਅਫਸਰ ਤੁਹਾਡੇ ਇੰਪ੍ਰੈਸ਼ਨ ਦੇਖ ਕੇ, ਤੁਹਾਡਾ ਵੇ ਆਫ ਟਾਕਿੰਗ ਦੇਖ ਕੇ, ਤੁਹਾਡਾ ਸਟਾਈਲ ਦੇਖ ਕੇ, ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ, ਤੁਹਾਡੇ 2-4-5 ਕੁਐਸਚਨ ਕਰਕੇ ਉਹਨਾਂ ਨੇ ਡਿਸੀਜਨ ਲੈਣਾ ਹੁੰਦਾ। ਵੱਧ ਤੋਂ ਵੱਧ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੇ ਵਿੱਚ ਇੰਟਰਵਿਊ ਫਿਨਿਸ਼ ਹੋ ਜਾਂਦੀ ਹੈ। ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਐਕਚੁਅਲੀ ਵੀ ਉਹ ਇੰਨੇ ਜ਼ਿਆਦਾ ਸਟੂਡੈਂਟਸ ਨੂੰ ਰੋਜ਼ ਇੰਟਰਵਿਊ ਕਰਨ। ਅੱਧੇ ਘੰਟੇ ਦੀ ਇੰਟਰਵਿਊ ਨਹੀਂ ਹੁੰਦੀ, 1 ਮਿੰਟ ਲੱਗਦਾ ਬਸ। 1 ਮਿੰਟ ਦੇ ਵਿੱਚ ਉਹ ਵੀਜ਼ਾ ਅਫਸਰ ਡਿਸੀਜਨ ਦੇ ਦਿੰਦਾ ਯੈਸ ਔਰ ਨੋ। ਜਿਸ ਬੱਚੇ ਨੇ ਰਿਸਰਚ ਵਰਕ ਕੰਪਲੀਟ ਕੀਤਾ ਹੈਗਾ ਉਹ ਆਪਣੇ ਆਪ ਨੂੰ ਐਕਸਪਲੇਨ ਕਰ ਸਕਦਾ ਹੈਗਾ, ਉਹਨੂੰ ਵੀਜ਼ਾ ਡੈਫੀਨਿਟਲੀ ਮਿਲ ਜਾਣਾ ਹੈਗਾ। ਇਹ ਸਭ ਤੋਂ ਈਜ਼ੀ ਵੀਜ਼ਾ ਮੈਂ ਕਹਾਂਗਾ। 1 ਮਿੰਟ ਵਿੱਚ USA ਦਾ ਵੀਜ਼ਾ, 5 ਸਾਲ ਦਾ ਵੀਜ਼ਾ, ਬਹੁਤ ਈਜ਼ੀ ਹੈਗਾ ਜੀ। ਸੋ ਇਟ ਮੀਨਸ 1 ਮਿੰਟ ਦਾ ਜਿਹੜਾ ਹੈਗਾ ਪ੍ਰੋਸੈਸ ਹੈਗਾ ਇੰਟਰਵਿਊ ਦਾ। ਤੇ ਪਾਟਿਆ ਸਾਹਿਬ, ਇੰਟਰਵਿਊ ਜਦੋਂ ਆਪਾਂ ਜਾਣਾ ਹੈਗਾ, ਕਿਸੇ ਸਟੂਡੈਂਟ ਨੇ ਜਾਣਾ ਹੈਗਾ, ਤਾਂ ਕਿਹੜੀਆਂ ਚੀਜ਼ਾਂ ਦਾ ਉੱਥੇ ਧਿਆਨ ਰੱਖਣਾ ਚਾਹੀਦਾ ਆਪਾਂ? ਸਨੀ ਜੀ, ਜਿਹੜਾ ਵੀ ਬੱਚਾ ਇੰਟਰਵਿਊ ਲਈ ਜਾ ਰਿਹਾ ਹੈਗਾ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਾਂਗਾ ਕਿ ਉਹਦਾ ਸਮਾਈਲਿੰਗ ਫੇਸ ਹੋਣਾ ਚਾਹੀਦਾ ਹੈਗਾ। ਉਹਦੇ ਫੇਸ ਤੇ ਬਿਲਕੁਲ ਵੀ ਕੋਈ ਡਰ ਵਾਲੀ ਜਾਂ ਕੋਈ ਘਬਰਾਹਟ ਵਾਲੀ ਬਿਲਕੁਲ ਉਹਦੀ ਇੰਪ੍ਰੈਸ਼ਨ ਨਹੀਂ ਹੋਣਾ ਚਾਹੀਦਾ। ਸੈਕਿੰਡ, ਉਹਦੀ ਪਰਸਨੈਲਿਟੀ ਵਧੀਆ ਪਰਸਨੈਲਿਟੀ ਹੋਣੀ ਚਾਹੀਦੀ। ਕੱਪੜੇ ਵੀ ਸੋਹਣੇ ਪਾ ਕੇ ਜਾਓ ਉੱਥੇ। ਇਦਾਂ ਨਹੀਂ ਵੀ ਤੁਸੀਂ ਸਟੂਡੈਂਟ ਜਿਹੜਾ ਹੈਗਾ ਸਟੂਡੈਂਟ ਲੱਗਣਾ ਚਾਹੀਦਾ ਹੈਗਾ। ਇਹ ਨਹੀਂ ਵੀ ਤੁਸੀਂ ਜੇ ਤੁਸੀਂ ਉਦਾਂ ਟੋਪੀ ਪਾ ਕੇ ਚਲੇ ਜਾਓ। ਜੇ ਪੱਗ ਬੰਨ੍ਹਦੇ ਆ ਤਾਂ ਪੱਗ ਬੰਨੋ। ਜੇ ਤੁਸੀਂ ਤੁਹਾਡੇ ਵਾਲ ਰੱਖਿਆ ਤਾਂ ਤੁਸੀਂ ਪ੍ਰੋਪਰ ਉਹਨੂੰ ਐਜ਼ ਏ ਸਟੂਡੈਂਟ ਵਧੀਆ ਤਰੀਕੇ ਨਾਲ ਆਪਣੇ ਤੁਸੀਂ ਕਟਿੰਗ ਕਰਵਾ ਕੇ ਜਾਓ। ਇਹ ਨਹੀਂ ਵੀ ਲਟਾਈਆਂ ਛੱਡ ਕੇ ਤੇ ਚਲੇ ਜਾਓ। ਸਿੱਧੀਆਂ ਦੇਸੀ ਗੱਲਾਂ ਹੁੰਦੀਆਂ ਮੇਰੀਆਂ ਤਾਂ ਮੈਂ ਸਾਫ਼ ਹੀ ਕਹਾਂਗਾ ਕਿ ਪਰਸਨੈਲਿਟੀ ਦੇਖੋ ਸਟੂਡੈਂਟ ਦੀ ਸਟੂਡੈਂਟ ਵਰਗੀ ਹੋਣੀ ਚਾਹੀਦੀ ਹੈ। ਵੀਜ਼ਾ ਅਫਸਰ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਹੈਗਾ ਕਿ ਇਹ ਲੱਗਦਾ ਵੀ ਹੈਗਾ ਸਟੂਡੈਂਟ ਕਿ ਨਹੀਂ ਹੈਗਾ, ਕਿਉਂਕਿ ਉਹਦੇ ਡਾਕੂਮੈਂਟ ਬਹੁਤ ਬਾਅਦ ਦੀ ਗੱਲ ਹੈਗੀ। ਪਹਿਲਾਂ ਤੁਸੀਂ ਮੋਹਰੇ ਆਣਾ, ਉਹਦੇ ਤੁਹਾਡੀ ਪਰਸਨੈਲਿਟੀ ਕੀ ਹੈਗੀ, ਤੁਹਾਡੀ ਗੱਲਬਾਤ ਕੀ ਹੈਗੀ ਆ। ਉਸ ਤੋਂ ਬਾਅਦ ਉਹਨੇ ਤੁਹਾਨੂੰ 2-4 ਕੁਐਸਚਨ ਵੀ ਪੁੱਛ ਸਕਦਾ ਹੈਗਾ। ਵੀਜ਼ਾ ਅਫਸਰ ਦਾ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਵਾਈ ਯੂ ਵਾਂਟ ਟੂ ਸਟੱਡੀ ਇਨ ਦਿਸ ਯੂਨੀਵਰਸਿਟੀ, ਵਾਈ ਹੈਵ ਯੂ ਚੂਜ਼ਨ ਦਿਸ ਯੂਨੀਵਰਸਿਟੀ। ਸੋ ਇਹ ਕੁਐਸਚਨ ਜਿਹੜੇ ਮੇਨ ਕੁਐਸਚਨ ਹੈਗੇ ਆ ਵੀ ਤੁਸੀਂ ਕਿਉਂ ਚੂਜ਼ ਕੀਤੀ ਹੈਗੀ ਯੂਨੀਵਰਸਿਟੀ, ਤੁਸੀਂ ਇਸੇ ਯੂਨੀਵਰਸਿਟੀ ਵਿੱਚ ਕਿਉਂ ਸਟੱਡੀ ਕਰਨਾ ਚਾਹੁੰਦੇ ਹੈਗੇ ਆ। ਸੋ ਸਟੂਡੈਂਟ ਨੂੰ ਉੱਥੇ ਜਵਾਬ ਦੇਣਾ ਪਊਗਾ ਬੜੇ ਹੀ smiling face ਦੇ ਨਾਲ ਕਿ sir this is the course I have chosen and this is relevant to my previous studies। ਐਂਡ ਜਿਹੜੀ ਲੋਕੇਸ਼ਨ ਦਾ ਵੀ ਉਹਨੂੰ ਜ਼ਰੂਰ ਬੈਨੀਫਿਟ ਦੱਸਣਾ ਪਊਗਾ ਕਿ ਇਹ ਲੋਕੇਸ਼ਨ ਮੈਂ ਕਿਉਂ ਚੂਜ਼ ਕੀਤੀ ਹੈਗੀ। ਐਂਡ ਉਹਨੂੰ ਇਹ ਵੀ ਦੱਸਣਾ ਪਊਗਾ ਕਿ ਇਹ ਲੋਕੇਸ਼ਨ ਦਾ ਮੈਨੂੰ ਕੀ ਬੈਨੀਫਿਟ ਹੈਗਾ। ਮੇਰੇ ਅੰਕਲ ਇੱਥੇ ਰਹਿੰਦੇ ਹੈਗੇ, ਉਹ ਮੇਰੇ ਐਜ਼ ਏ ਗਾਰਡੀਅਨ ਮੇਰੀ ਹੈਲਪ ਕਰ ਸਕਦੇ ਹੈਗੇ ਆ। ਮੈਨੂੰ ਜੇ ਕਿਤੇ ਹੋਮ ਸਿਕਨੈਸ ਫੀਲ ਹੁੰਦੀ ਹੈ, ਮੈਂ ਆਪਣੇ ਅੰਕਲ ਦੀ ਫੈਮਿਲੀ ਨਾਲ ਜਾ ਕੇ ਮੈਂ ਉਸ ਹੋਮ ਸਿਕਨੈਸ ਨੂੰ ਦੂਰ ਕਰ ਸਕਦਾ ਹੈਗਾ। ਤੇ ਜੇ ਮੈਨੂੰ ਕੋਈ ਪੈਸੇ ਦੀ ਲੋੜ ਪੈਂਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਹੈਲਪ ਦੀ ਲੋੜ ਪੈਂਦੀ ਹੈ, ਉਹ ਮੇਰੇ ਅੰਕਲ ਮੇਰੀ ਇਸ ਲੋਕੇਸ਼ਨ ਤੇ ਜੇ ਸੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਤੇ ਕੈਲੀਫੋਰਨੀਆ ਦੇ ਵਿੱਚ ਮੇਰੇ ਅੰਕਲ ਬੈਠੇ ਆ, ਉਹ ਮੇਰੀ ਹੈਲਪ ਕਰ ਸਕਦੇ ਹਰ ਇੱਕ ਤਰੀਕੇ ਨਾਲ। ਸੋ ਇੰਟਰਵਿਊ ਵੇਲੇ ਬੱਚੇ ਨੂੰ ਬਹੁਤ ਹੀ ਰਿਸਰਚ ਵਰਕ, ਮੈਂ ਬਾਰ-ਬਾਰ ਕਹਿੰਦਾ ਰਿਸਰਚ ਵਰਕ ਦੀ ਲੋੜ ਹੈ, ਕੌਨਸ਼ੀਅਸਨੈਸ ਦੀ ਲੋੜ ਹੈਗੀ ਆ। ਤੇ ਉੱਥੇ ਪ੍ਰੈਜ਼ੈਂਟਿੰਗ, ਬੱਚਾ ਖੁਦ ਪ੍ਰੈਜ਼ੈਂਟਿੰਗ ਹੋਣਾ ਚਾਹੀਦਾ, ਵਧੀਆ ਪ੍ਰੈਜ਼ੈਂਟ ਆਪਣੇ ਆਪ ਨੂੰ ਕਰੇ ਤਾਂ ਵੀਜ਼ਾ ਡੈਫੀਨਿਟਲੀ ਮਿਲੇਗਾ ਜੀ। ਸੋ ਇਟ ਮੀਨਸ ਪਾਟਿਆ ਸਾਹਿਬ, ਜਿਹੜਾ ਸਟੂਡੈਂਟ ਹੈਗਾ ਸਟੂਡੈਂਟ ਲੱਗਣਾ ਚਾਹੀਦਾ ਤੇ ਮਤਲਬ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦਾ ਹੋਣਾ ਚਾਹੀਦਾ। ਤੇ ਆਪਾਂ ਗੱਲ ਕਰਦੇ ਹਾਂ, ਮੇਰਾ ਜਿਹੜਾ ਅਗਲਾ ਸਵਾਲ ਹੈਗਾ I-20 ਕੀ ਹੈਗੀ ਹੈ, ਠੀਕ ਹੈ ਜੀ। ਤੇ ਪਲੱਸ ਅੱਜ ਕੱਲ੍ਹ ਜਿਹੜੀਆਂ ਐਡਸ ਚੱਲਦੀਆਂ ਪਈਆਂ ਨੇ, ਆਪਾਂ ਨੂੰ ਕਾਫੀ ਦੇਖਣ ਨੂੰ ਮਿਲਦਾ ਵੀ ਪੈਕੇਜ ਸਿਸਟਮ ਬਣਿਆ ਹੋਇਆ ਵੀ ਸਟੱਡੀ ਵੀਜ਼ੇ ਦਾ ਪੈਕੇਜ ਲਓ ਇੰਨੇ ਦਾ, ਤੇ ਉਹ ਕੀ ਹੈਗਾ? ਉਹ ਸਨੀ ਜੀ, ਮੈਂ ਇਹੀ ਗੱਲ ਕਰਨੀ ਚਾਹਾਂਗਾ ਕਿ ਪੈਕੇਜ ਸਿਸਟਮ ਬਿਲਕੁਲ ਗਲਤ ਹੈਗਾ। ਮੈਂ ਇਸ ਦਾ ਵਿਰੋਧ ਕਰਦਾ ਹੈਗਾ। ਦੇਖੋ, ਵੀਜ਼ਾ ਫੀਸ ਤਾਂ ਲੈਣੀ ਉਹ ਐਮਬੈਸੀ ਦੀ ਵੀਜ਼ਾ ਫੀਸ ਹੈਗੀ ਆ। ਉਸ ਤੋਂ ਬਾਅਦ ਸਿਵਿਕ ਫੀਸ ਵੀ ਜਮ੍ਹਾਂ ਕਰਾਉਣੀ ਪੈਣੀ, ਉਹ ਵੀ ਬੱਚੇ ਨੂੰ ਦੇਣੀ ਪੈਣੀ ਹੈਗੀ ਆ। ਜਿਹੜਾ ਕੰਸਲਟੈਂਟ ਤੁਹਾਡੇ ਲਈ ਕੰਮ ਕਰ ਰਿਹਾ, ਜਿਹੜਾ ਤੁਹਾਨੂੰ ਰਿਸਰਚ ਕਰਵਾ ਰਿਹਾ, ਜਿਹੜਾ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾ ਰਿਹਾ, ਉਹਦੀ ਵੀ ਫੀਸ ਦੇਣੀ ਬਣਦੀ ਹੈਗੀ ਆ। ਸੋ ਜੈਨੂਅਨ ਫੀਸ ਜੈਨੂਅਨ ਜੇ ਤਰੀਕੇ ਨਾਲ ਲਈ ਜਾਵੇ ਤਾਂ ਉਹ ਵਧੀਆ ਗੱਲ ਹੈਗੀ ਆ। ਜੇ ਤੁਸੀਂ ਕਿਸੇ ਬੱਚੇ ਨੂੰ
2 ਲੱਖ ਜਾਂ 4 ਲੱਖ ਦਾ ਪੈਕੇਜ ਦੇ ਕੇ ਤੁਸੀਂ ਉਹਦੇ ਕੋਲ ਪੈਸੇ ਠੱਗਣੇ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਗਲਤ ਹੈਗਾ। ਮੈਂ ਤਾਂ ਕੰਸਲਟੈਂਟਸ ਨੂੰ ਜਿਹੜੇ ਇਦਾਂ ਦਾ ਪੈਕੇਜ ਵਗੈਰਾ ਦਾ ਕੰਮ ਕਰਦੇ, ਮੈਂ ਉਹਨਾਂ ਨੂੰ ਸਟ੍ਰੇਟ ਵੇ ਕਹਾਂਗਾ ਕਿ ਪਲੀਜ਼ ਤੁਸੀਂ ਆਪਣਾ ਇਹਨੂੰ ਪ੍ਰੋਫੈਸ਼ਨ ਨੂੰ ਖਰਾਬ ਨਾ ਕਰੋ, ਤੁਸੀਂ ਇਹਨੂੰ ਪ੍ਰੋਫੈਸ਼ਨ ਨੂੰ ਵਧੀਆ ਤਰੀਕੇ ਨਾਲ ਮਾਰਕੀਟ 'ਚ ਲਿਆਓ ਤਾਂ ਕਿ ਤੁਹਾਡੀ ਵੀ ਰਿਸਪੈਕਟ ਬਣੇ ਤੇ ਬੱਚਿਆਂ ਦਾ ਵੀ, ਸਟੂਡੈਂਟਸ ਦਾ ਵੀ ਫਾਇਦਾ ਹੋ ਜਾਵੇ। ਤੇ ਜਿਹੜੀ I-20 ਦੀ ਗੱਲ ਹੈਗੀ ਸਨੀ ਜੀ, I-20 ਇੱਕ ਆਫਰ ਲੈਟਰ ਹੈਗੀ ਆ। ਓਕੇ, ਜਿੱਦਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਅਸੀਂ ਕਹਿੰਦੇ ਵੀ ਆਫਰ ਲੈਟਰ ਆ ਗਈ ਆ, ਵੀ ਐਡਮਿਸ਼ਨ ਲੈਟਰ ਆ ਗਈ ਆ। I-20 ਇੱਕ ਆਫੀਸ਼ੀਅਲ ਡਾਕੂਮੈਂਟ ਹੈਗਾ ਯੂਨੀਵਰਸਿਟੀਜ਼ ਦਾ, ਕਾਲਜਿਸ ਦਾ, ਜਿਹੜੇ ਉਹ ਤੁਹਾਡੇ ਐਜੂਕੇਸ਼ਨ ਸਰਟੀਫਿਕੇਟਸ ਦੇਖ ਕੇ, ਤੁਹਾਡੇ ਫੰਡਿੰਗ ਦੇਖ ਕੇ ਉਸ ਤੋਂ ਬਾਅਦ I-20 ਯੂਨੀਵਰਸਿਟੀ ਇਸ਼ੂ ਕਰਦੀ ਹੈਗੀ ਹੈ। ਤਾਂ I-20 ਜਦੋਂ ਆਪਾਂ ਅਪਲਾਈ ਕਰਦੇ ਆ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਆਪਣੀ I-20 ਆਪਣੇ ਕੋਲ ਆ ਜਾਂਦੀ ਹੈ? ਮੈਂ ਕਹਾਂਗਾ ਕਿ ਤਕਰੀਬਨ 4 ਹਫ਼ਤੇ ਤੋਂ ਲੈ ਕੇ 6 ਹਫ਼ਤੇ ਦੇ ਵਿੱਚ I-20 ਇਸ਼ੂ ਹੋ ਜਾਂਦੀ ਆ। ਬਾਕੀ ਯੂਨੀਵਰਸਿਟੀਜ਼ ਦਾ ਆਪਣਾ ਪ੍ਰੋਸੈਸ ਹੈਗਾ, ਕਈ ਯੂਨੀਵਰਸਿਟੀਆਂ 2 ਹਫ਼ਤੇ 'ਚ ਵੀ I-20 ਇਸ਼ੂ ਕਰ ਦਿੰਦੀਆਂ, ਪਰ ਯੂਜ਼ਲੀ 4 ਤੋਂ 6 ਹਫ਼ਤੇ ਲੈ ਲੈਂਦੀਆਂ। 4 ਤੋਂ 6 ਹਫ਼ਤੇ ਲੈ ਲੈਂਦੇ। ਤੇ ਇੱਕ ਹੋਰ ਵੀ ਕਾਫੀ ਐਡਵਰਟਾਈਜ਼ਮੈਂਟ ਆ ਰਹੀ ਹੈ ਵੀ ਪੈਸੇ ਸਾਰੇ ਤਾਂ ਬਾਅਦ 'ਚ ਦੇ ਦਿਓ, ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਤਾਂ ਸਾਨੂੰ ਪੈਸੇ ਦੇ ਦਿਓ, ਸਾਡੀ ਫੀਸ ਜਿਹੜੀ ਹੈਗੀ ਉਹ ਬਾਅਦ 'ਚ ਦਿਓ, ਯੂਨੀਵਰਸਿਟੀ ਫੀਸ ਜਿਹੜੀ ਉਹ ਬਾਅਦ 'ਚ ਦਿਓ। ਇਹ ਕੀ ਹੈਗਾ? ਯੂਨੀਵਰਸਿਟੀ ਫੀਸ ਤਾਂ ਹੁੰਦੀ ਇਹਦੇ ਵਿੱਚ ਬਾਅਦ ਚੋਂ ਹੈਗੀ ਆ, ਜਦੋਂ ਵੀਜ਼ਾ ਲੱਗ ਕੇ ਪਾਸਪੋਰਟ ਤੁਹਾਡੇ ਕੋਲ ਆ ਗਿਆ ਹੈਗਾ। ਨਿਊਜ਼ੀਲੈਂਡ ਵਾਲੇ ਵਾਂਗੂ ਵੀ ਨਹੀਂ ਵੀ ਤੁਸੀਂ ਸਿਰਫ ਅਪਰੂਵਲ ਲੈਟਰ ਪਹਿਲਾਂ ਆਉਣੀ ਆ, ਫੀਸ ਉਸ ਤੋਂ ਬਾਅਦ ਜਮ੍ਹਾਂ ਕਰਾਣੀ ਤੇ ਵੀਜ਼ਾ ਉਸ ਤੋਂ ਬਾਅਦ ਲੱਗਣਾ ਹੈਗਾ। ਇਹਦੇ ਵਿੱਚ ਕੋਈ ਇਦਾਂ ਦਾ ਸਿਸਟਮ, ਅਪਰੂਵਲ ਵਾਲਾ ਸਿਸਟਮ ਨਹੀਂ ਹੈਗਾ। ਤੁਸੀਂ ਸਿਰਫ I-20 ਐਡਮਿਸ਼ਨ ਲੈਟਰ ਦੇ ਬੇਸ ਤੇ ਤੁਸੀਂ ਇੰਟਰਵਿਊ ਦੇਣੀ ਹੈਗੀ ਆ। ਜਦੋਂ ਤੁਸੀਂ ਇੰਟਰਵਿਊ ਫੇਸ ਕਰਕੇ ਆਉਂਦੇ ਐਮਬੈਸੀ ਵਿੱਚੋਂ, ਤੇ ਤੁਹਾਨੂੰ ਉੱਥੇ ਹੀ ਪਾਸਪੋਰਟ ਰੱਖ ਲੈਣਾ ਜਾਂ ਵਾਪਸ ਕਰ ਦੇਣਾ। ਜੇ ਤੁਹਾਡਾ ਪਾਸਪੋਰਟ ਰੱਖ ਲਿਆ ਤਾਂ ਸਮਝ ਲਓ ਵੀ ਤੁਹਾਡਾ ਵੀਜ਼ਾ ਹੋ ਗਿਆ, ਜੇ ਤੁਹਾਨੂੰ ਪਾਸਪੋਰਟ ਵਾਪਸ ਕਰ ਦਿੱਤਾ ਤਾਂ ਵੀਜ਼ਾ ਰਿਫਿਊਜ਼ ਹੋ ਗਿਆ। ਇਹਦਾ ਮਤਲਬ ਵੀਜ਼ਾ ਅਫਸਰ ਤੁਹਾਡੇ ਤੋਂ ਸੈਟੀਸਫਾਈਡ ਨਹੀਂ ਹੈਗਾ। ਤੇ ਸੋ ਜੇ ਤੁਹਾਡਾ ਪਾਸਪੋਰਟ ਰੱਖ ਲਿਆ ਤਾਂ ਸਮਝ ਲਓ ਵੀ ਤੁਹਾਨੂੰ 3-4 ਦਿਨਾਂ ਦੇ ਵਿੱਚ ਪਾਸਪੋਰਟ ਤੁਹਾਨੂੰ ਬਾਏ ਪੋਸਟ ਜਾਂ ਬਾਏ ਕੋਰੀਅਰ ਘਰ ਆ ਜਾਣਾ ਹੈਗਾ। ਜਦੋਂ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਦੀ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਆ। ਇਹਦੇ ਵਿੱਚ ਸਿਸਟਮ ਬਿਲਕੁਲ ਬਾਅਦ ਚੋਂ ਹੀ ਹੈਗਾ। ਤੇ ਜੇ ਕੋਈ ਕੰਸਲਟੈਂਟ ਕਹਿੰਦਾ ਵੀ ਮੈਂ ਫੀਸ ਬਾਅਦ ਚੋਂ ਲਵਾਂਗਾ, ਉਹਦਾ ਫਿਰ ਡੈਫੀਨਿਟਲੀ 4 ਲੱਖ ਫੀਸ ਦੀ ਬਜਾਏ 8 ਲੱਖ ਰੁਪਏ ਫੀਸ ਰੇਟ ਹੋਊਗਾ। ਜੇ ਕੋਈ ਪਹਿਲਾਂ ਲੈਂਦੇ ਆ, ਮੈਂ ਕਹਿੰਦਾ ਦੇਖੋ ਜੀ ਕੰਸਲਟੈਂਟ ਆਪਣੇ ਕੋਲੋਂ ਕਿਉਂ ਫੀਸ ਭਰੂਗਾ? ਵੀਜ਼ਾ ਫੀਸ ਹੈਗੀ ਐਮਬੈਸੀ ਦੀ, ਸਿਵਿਕ ਫੀਸ ਹੈਗੀ ਆ, ਹੋਰ ਵੀ ਇੰਨੇ I-20 ਦੀ ਵੀ ਫੀਸ ਹੈਗੀ ਆ, ਹੋਰ ਵੀ ਇੰਨੀਆਂ ਫੀਸਾਂ ਲੱਗਦੀਆਂ ਹੈਗੀਆਂ। ਜੇ ਉਹ ਕੋਈ ਕਿੱਦਾਂ ਆਪਣੇ ਕੋਲੋਂ ਭਰ ਸਕਦਾ ਹੈਗਾ? ਸੋ ਮੇਰੇ ਕਹਿਣ ਦਾ ਮਤਲਬ ਹੈਗਾ ਵੀ ਸਟੂਡੈਂਟਸ ਵੀ ਸਿੱਧੇ ਰਸਤੇ ਤੇ ਚੱਲਣ ਤਾਂ ਕੰਸਲਟੈਂਟਸ ਵੀ ਸਿੱਧੇ ਰਸਤੇ ਤੇ ਚੱਲਣ, ਤਾਂ ਦੋਨਾਂ ਦਾ ਫਾਇਦਾ ਹੋ ਸਕਦਾ ਹੈਗਾ। ਸਟੂਡੈਂਟ ਨੂੰ ਘੱਟ ਪੈਸੇ ਪੇ ਕਰਨੇ ਪੈ ਸਕਦੇ ਆ, ਕੰਸਲਟੈਂਟ ਨੂੰ ਇਹ ਵੀ ਸਿੱਧਾ ਪੱਧਰਾ ਕੋਈ ਹੈਸਲ ਨਹੀਂ ਹੋਣੀ, ਕੋਈ ਬਾਅਦ ਚੋਂ ਪ੍ਰੋਬਲਮ ਨਹੀਂ ਹੋਣੀ। ਸੋ ਕੰਸਲਟੈਂਟ ਵੀ ਆਪਣਾ ਪ੍ਰੋਫੈਸ਼ਨ ਨੂੰ ਵਧੀਆ ਤਰੀਕੇ ਨਾਲ ਰਨ ਕਰ ਸਕਦੇ ਹੈਗੇ। ਸੋ ਇਟ ਮੀਨਸ I-20 ਜਿਹੜੀ ਹੈਗੀ 4 ਤੋਂ 6 ਹਫ਼ਤਿਆਂ ਦੇ ਵਿੱਚ ਆ ਜਾਂਦੀ। ਪਰ ਇਹ ਸਭ ਜਦੋਂ ਸਟੂਡੈਂਟ ਨੇ ਅਪਲਾਈ ਕਰਨਾ ਹੈਗਾ ਕਿ ਇੱਕ I-20 ਜਿਹੜੀ ਹੈਗੀ ਉਹਦੇ ਨਾਲ ਸਰ ਜਾਂਦਾ ਕਿ ਆਪਾਂ ਨੂੰ 2-3 ਜਗ੍ਹਾ ਤੇ ਅਪਲਾਈ ਕਰਨਾ ਚਾਹੀਦਾ? ਸਟੂਡੈਂਟ ਲਈ ਕੀ ਬੈਸਟ ਹੈਗਾ? ਸਨੀ ਜੀ, ਜਦੋਂ ਅਸੀਂ I-20 ਲਈ ਅਪਲਾਈ ਕਰਦੇ ਹਾਂ, ਹਰ ਇੱਕ ਯੂਨੀਵਰਸਿਟੀ ਦੀ, ਹਰ ਇੱਕ ਕਾਲਜ ਦੀ ਆਪਣੀ ਆਪਣੀ ਐਪਲੀਕੇਸ਼ਨ ਫੀਸ ਹੈਗੀ ਆ। ਪਹਿਲਾਂ ਤਾਂ ਮੈਂ ਇਹ ਸਟੂਡੈਂਟਸ ਨੂੰ ਸੁਜੈਸਟ ਕਰਨਾ ਚਾਹਾਂਗਾ ਕਿ ਕੋਈ ਵੀ ਇੱਦਾਂ ਨਾ XYZ ਕਾਲਜ ਵਿੱਚ I-20 ਲੈ ਕੇ ਤੁਸੀਂ ਵੀਜ਼ਾ ਨਾ ਅਪਲਾਈ ਕਰੋ। ਉਹਦੀ ਰਿਸਰਚ ਵਰਕ ਬਹੁਤ ਜ਼ਰੂਰੀ ਹੈਗਾ। ਕੋਈ ਵੀ ਕਮਿਊਨਿਟੀ ਕਾਲਜ ਚੱਕ ਕੇ ਉਹਦਾ I-20 ਮੰਗਵਾ ਕੇ ਉਹਦਾ ਵੀਜ਼ਾ ਨਾ ਅਪਲਾਈ ਕਰ ਦਿਓ, ਵੀਜ਼ਾ ਰਿਫਿਊਜ਼ ਹੋਣ ਦੇ ਬਹੁਤ ਸਾਰੇ ਚਾਂਸਿਸ ਹੋ ਸਕਦੇ ਆ। ਉਹਦੇ ਲਈ ਤੁਹਾਨੂੰ ਪਹਿਲਾਂ ਰਿਸਰਚ ਕਰਨੀ ਪਊਗੀ ਵੀ ਕਿਹੜਾ ਕੋਰਸ, ਕਿਹੜਾ ਯੂਨੀਵਰਸਿਟੀ ਦੀ ਰੈਂਕਿੰਗ ਪਹਿਲਾਂ ਤਾਂ ਤੁਹਾਨੂੰ ਚੈੱਕ ਕਰਨੀ ਪਊਗੀ ਵੀ ਕਿਹੜੀ ਯੂਨੀਵਰਸਿਟੀ 'ਚ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਉਹਦੀ ਕਿੰਨਵੇਂ ਰੈਂਕ ਤੇ ਆਂਦੀ ਹੈਗੀ ਆ, ਤੇ ਜਿਹੜਾ ਕੋਰਸ ਤੁਸੀਂ ਉਸ ਯੂਨੀਵਰਸਿਟੀ ਵਿੱਚ ਚੂਜ਼ ਕੀਤਾ ਹੈਗਾ ਤੇ ਉਹ ਕਿੰਨਾ ਕੁ ਬੈਨੀਫਿਟ ਦੇ ਸਕਦਾ ਤੁਹਾਨੂੰ। ਜੇ I-20 1 2 3 3 4 I-20 ਦੀ ਗੱਲ ਕਰਦੇ, ਹਰ ਇੱਕ ਯੂਨੀਵਰਸਿਟੀ ਦੀ ਐਪਲੀਕੇਸ਼ਨ ਫੀਸ ਹੈਗੀ ਆ। ਮੇਰੇ ਹਿਸਾਬ ਨਾਲ ਸਾਨੂੰ 3 ਤੋਂ 4 ਸਾਡਾ ਰਿਸਰਚ ਵਰਕ ਇਹ ਸਾਬਤ ਕਰਦਾ ਹੈਗਾ। ਜੇ ਅਸੀਂ 3-4 ਅਸੀਂ I-20 ਆਪਣੇ ਨਾਲ ਲੈ ਕੇ ਗਏ, ਜੇ ਜੋ ਤੁਸੀਂ ਵੀਜ਼ਾ ਇੰਟਰਵਿਊ ਤੇ ਜਾਂਦੇ ਹੈਗੇ ਆ, ਵੀਜ਼ਾ ਆਫੀਸਰ ਦੇ ਸਾਹਮਣੇ ਜੇ ਤੁਹਾਡੇ ਕੋਲ 3 ਤੋਂ 4 I-20 ਪਏ ਹੈਗੇ, ਤੁਹਾਡੇ ਇਨ ਹੈਂਡ ਹੈਗੇ ਆ, ਤਾਂ ਤੁਸੀਂ ਕੌਨਫੀਡੈਂਟਲੀ ਵੀਜ਼ਾ ਅਫਸਰ ਨੂੰ ਕਹਿ ਸਕਦੇ ਹੈਗੇ ਆ ਕਿ ਸਰ ਮੈਂ ਇਸ ਯੂਨੀਵਰਸਿਟੀ 'ਚ ਵੀ ਅਪਲਾਈ ਕੀਤਾ ਸੀ, ਮੈਂ XYZ ਯੂਨੀਵਰਸਿਟੀ 'ਚ ਵੀ ਅਪਲਾਈ ਕੀਤਾ ਸੀ, AMP ਯੂਨੀਵਰਸਿਟੀ 'ਚ ਵੀ ਅਪਲਾਈ ਕੀਤਾ ਸੀ, ਮੈਂ 3-4 ਯੂਨੀਵਰਸਿਟੀਜ਼ ਵਿੱਚੋਂ ਮੇਰੇ ਕੋਲ I-20 ਆ ਚੁੱਕੇ ਹੈਗੇ ਆ, ਪਰ ਮੈਂ XYZ ਯੂਨੀਵਰਸਿਟੀ ਵਿੱਚ ਹੀ ਕਿਉਂ ਜਾ ਰਿਹਾ ਹੈਗਾ? ਕਿਉਂਕਿ ਇਹਦਾ ਬੈਨੀਫਿਟ ਮੈਨੂੰ ਆ ਮਿਲਣਾ ਹੈਗਾ, ਇਸ ਤੋਂ ਬਾਅਦ ਮੈਨੂੰ ਇਹ ਕੋਰਸ ਜਿਹੜਾ ਹੈਗਾ ਜ਼ਿਆਦਾ ਬੈਨੀਫੀਸ਼ੀਅਲ ਹੈਗਾ, ਇਹ ਲੋਕੇਸ਼ਨ ਮੇਰੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈਗੀ। ਸੋ ਇਹ ਤੁਹਾਨੂੰ ਰੀਜ਼ਨਿੰਗ ਦੇਣੀ ਪਊਗੀ ਤਾਂ ਕਿ ਵੀਜ਼ਾ ਅਫਸਰ ਤੁਹਾਡੇ ਤੋਂ
ਕਨਵਿੰਸ ਹੋ ਜਾਵੇ ਔਰ ਉਹ ਤੁਹਾਡੀ ਰਿਸਰਚ ਵਰਕ ਤੋਂ ਖੁਸ਼ ਹੋ ਕੇ ਤੁਹਾਨੂੰ ਵੀਜ਼ਾ ਦੇਊਗਾ ਜੀ। ਅਗਰ ਕਿਸੇ ਵੀ ਸਟੂਡੈਂਟ ਨੂੰ ਕਿਸੇ ਵੀ ਟਾਈਪ ਦੀ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੈਗੇ ਜਾਂ ਤੁਸੀਂ USA, ਕੈਨੇਡਾ, UK ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਕਿਸੇ ਵੀ ਸਟੱਡੀ ਵੀਜ਼ੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੈਗੇ, ਤੁਸੀਂ ਵੇ ਟੂ ਪ੍ਰਦੇਸ਼ ਫੇਸਬੁੱਕ ਤੇ ਤੁਸੀਂ ਲਾਈਕ ਕਰਕੇ ਤੁਸੀਂ ਸਾਨੂੰ way2pardesh@gmail.com ਤੇ ਸਾਨੂੰ ਈਮੇਲ ਸੈਂਡ ਕਰ ਸਕਦੇ ਆ, ਆਪਣਾ ਕੁਐਸਚਨ ਭੇਜ ਸਕਦੇ ਆ। ਅਸੀਂ ਤੁਹਾਨੂੰ ਕੁਐਸਚਨ ਦਾ ਜਵਾਬ 1 ਤੋਂ 2 ਦਿਨਾਂ ਦੇ ਵਿੱਚ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਮ ਟਾਈਮ ਫੋਨ ਜਿਹੜਾ ਹੈਗਾ ਤੁਹਾਡੇ ਟੀਵੀ ਸਕਰੀਨ ਤੇ ਫੋਨ ਆ ਰਿਹਾ, ਮੇਰਾ ਵੀ ਫੋਨ ਨੰਬਰ ਆ ਰਿਹਾ, ਕਈ ਵਾਰੀ ਫੋਨ ਪਿਕ ਕਰ ਨਹੀਂ ਹੁੰਦਾ ਕਿਉਂਕਿ ਮੈਂ ਜ਼ਿਆਦਾਤਰ ਟਰੈਵਲਿੰਗ ਤੇ ਹੁੰਦਾ ਆ ਜਾਂ ਮੈਂ ਆਫਿਸ ਵਿੱਚ ਬਿਜ਼ੀ ਹੁੰਦਾ, ਕਲਾਇੰਟਸ ਨਾਲ ਗੱਲਾਂ ਕਰਨ ਵਿੱਚ ਕਈ ਵਾਰੀ ਫੋਨ ਨਹੀਂ ਪਿਕ ਕਰ ਹੁੰਦਾ। ਸੋ ਸੌਰੀ ਦੋਸਤੋ, ਤੁਸੀਂ ਮੈਨੂੰ ਈਮੇਲ ਕਰ ਸਕਦੇ, ਮੇਰੇ ਵਾਲੇ ਈਮੇਲ ਤੇ ਵੀ ਕਰ ਸਕਦੇ ਹੋ, way2pardesh@gmail.com ਤੇ ਵੀ ਈਮੇਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਮੈਂ ਟੀਵੀ ਤੇ ਵੀ ਤੁਹਾਡੇ ਕੁਐਸਚਨ ਦਾ ਜਵਾਬ ਦੇ ਸਕਦਾ। ਜੇ ਤੁਸੀਂ ਉੱਥੇ way2pardesh@gmail.com ਤੇ ਤੁਸੀਂ ਆਪਣਾ ਮੋਬਾਈਲ ਨੰਬਰ ਮੈਨੂੰ ਭੇਜ ਸਕਦੇ ਆ ਤਾਂ ਮੈਂ ਤੁਹਾਨੂੰ ਉੱਥੇ ਕਾਲ ਬੈਕ ਕਰਕੇ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਸਕਦਾ, ਜਾਂ ਮੇਰੀ ਕੋਈ ਜਿਹੜੀ ਐਕਸਪਰਟ ਟੀਮ ਹੈਗੀ, ਜਿਹੜੀ ਮੇਰੇ ਕਾਉਂਸਲਰਸ ਹੈਗੇ ਮੇਰੇ ਆਫਿਸ ਤੋਂ ਤੁਹਾਨੂੰ ਕਾਲ ਆ ਕੇ ਤੁਹਾਡੇ ਕੁਐਸਚਨ ਦਾ ਜਵਾਬ ਦੇ ਸਕਦੇ ਹੈਗੇ ਜੀ। ਸੋ ਬਿਲਕੁਲ ਦੋਸਤੋ, ਕੋਈ ਵੀ ਇਨਫੋਰਮੇਸ਼ਨ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ, ਸਾਡੀ ਡਿਟੇਲਸ ਜਿਹੜੀਆਂ ਹੈਗੀਆਂ ਨੇ ਟੀਵੀ ਸਕਰੀਨ ਦੇ ਉੱਤੇ ਆ ਰਹੀਆਂ ਨੇ, ਉਹਨਾਂ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਪਲੱਸ ਈਮੇਲ ਆਈਡੀ ਵੀ ਹੈਗੀ ਹੈ ਸਾਡੀ way2pardesh@gmail.com, ਉੱਥੇ ਵੀ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਤੇ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਜਿਹੜੇ ਸਵਾਲ ਹੈਗੇ ਉਹਨਾਂ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਟਾਈਮ ਜਿਹੜਾ ਹੈਗਾ ਉਹ ਲਿਮਿਟਡ ਹੈਗਾ। ਥੈਂਕ ਯੂ ਭਾਟੀਆ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ। ਤੋ ਹੁਣ ਟਾਈਮ ਇੱਥੇ ਆਪਾਂ ਰੋਕ ਤਾਂ ਨਹੀਂ ਸਕਦੇ ਤੇ ਇਸ ਕਰਕੇ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ, ਬਟ ਸਵਾਲ ਬਹੁਤ ਜ਼ਿਆਦਾ ਬਚੇ ਹੋਏ ਨੇ USA ਦੇ ਸਟੱਡੀ ਵੀਜ਼ੇ ਨੂੰ, PR ਤੱਕ ਦੇ ਸਵਾਲ ਬਚੇ ਹੋਏ ਨੇ ਤੇ ਆਪਾਂ ਇਹ ਜਿਹੜੇ ਸਵਾਲ ਹੈਗੇ ਆਪਾਂ ਅਗਲੇ ਪ੍ਰੋਗਰਾਮ ਦੇ ਲਈ ਪੈਂਡਿੰਗ ਰੱਖਦੇ ਹਾਂ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਬਾਕੀ ਬਚਦੇ ਹੋਏ ਸਵਾਲ ਹੈਗੇ ਨੇ USA ਦੇ ਸਟੱਡੀ ਵੀਜ਼ੇ ਨੂੰ ਲੈ ਕੇ ਆਪਾਂ ਕੰਟੀਨਿਊ ਕਰਾਂਗੇ। ਥੈਂਕ ਯੂ ਵੈਰੀ ਮਚ ਭਾਟੀਆ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਦਾ ਤੁਸੀਂ ਮਾਰਗਦਰਸ਼ਨ ਕੀਤਾ। ਸੋ ਦੋਸਤੋ, ਕੱਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਤੁਹਾਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸੋ ਤੁਸੀਂ ਦੇਖਦੇ ਰਹੋ ਚੈਨਲ ਨਵਰੰਗ ਤੇ ਮੈਨੂੰ ਤੇ ਭਾਟੀਆ ਸਾਹਿਬ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ? ਕੀ ਤੁਸੀਂ ਆਪਣਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ? ਕੀ ਤੁਹਾਨੂੰ ਸਹੀ ਯੂਨੀਵਰਸਿਟੀ ਅਤੇ ਸਹੀ ਕਾਲਜ ਦੀ ਭਾਲ ਹੈ? ਕੀ ਤੁਹਾਨੂੰ ਸਹੀ ਰਿਪਰੈਜ਼ੈਂਟੇਟਿਵ ਦੀ ਪਛਾਣ ਹੈ? Oxford Group represent. Oxford Travel and Educational Services is an authorized representative of worldwide universities and colleges and a member of Association of Australian Educational Representatives in India and trusted member of Quality International Study Abroad Network in UK. Study in Canada, study in New Zealand, study in Australia, study in UK and USA. ਪਿਛਲੇ 12 ਸਾਲਾਂ ਤੋਂ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਹਾਇਰ ਐਜੂਕੇਸ਼ਨ ਲਈ ਦੁਨੀਆ ਭਰ ਦੀਆਂ ਟਾਪ ਮੋਸਟ ਯੂਨੀਵਰਸਿਟੀਜ਼ ਅਤੇ ਕਾਲਜਸ ਵਿੱਚ ਭੇਜ ਚੁੱਕੇ ਹਾਂ। ਯੂਨੀਵਰਸਿਟੀਜ਼ ਅਤੇ ਕੋਰਸਿਸ ਨੂੰ ਚੂਜ਼ ਕਰਨ ਲਈ ਸਾਰੇ ਐਕਸਪਰਟ ਕਾਉਂਸਲਰਸ ਵੱਲੋਂ ਵਿਦਿਆਰਥੀਆਂ ਨੂੰ ਅਸਿਸਟ ਕੀਤਾ ਜਾਂਦਾ ਹੈ। Oxford Travel and Educational Services, Oxford Complex, SCF 317, SBS Nagar Market, ਹੁਸ਼ਿਆਰਪੁਰ ਰੋਡ, ਫਗਵਾੜਾ। ਫੋਨ ਨੰਬਰ 01824 500011 500022।